ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਡਾਕਟਰ ਜਸਦੀਪ ਕੌਰ ਹੈ ਅਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਵਿੱਚ ਹੋਵੋਗੇ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਮਾਨਸਿਕ ਸਿਹਤ ਬਾਰੇ, ਜੋ ਕਿ ਕੋਵਿਡ-19 ਦੇ ਚੱਲਦਿਆਂ ਬਹੁਤ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਬਿਮਾਰੀ ਨੇ ਹਰ ਵਰਗ, ਹਰ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਜੇਕਰ ਸਮਾਂ ਰਹਿੰਦਿਆਂ ਅਸੀਂ ਇਸ ਦੀ ਸੰਭਾਲ ਕਰ ਲਈ ਤਾਂ ਅਸੀਂ ਬਹੁਤ ਸਾਰਾ ਨੁਕਸਾਨ ਹੋਣ ਤੋਂ ਬਚਾ ਸਕਦੇ ਹਾਂ। ਸੋ ਅੱਜ ਦੇ ਸੈਸ਼ਨ ਵਿੱਚ ਅਸੀਂ ਗੱਲਬਾਤ ਕਰਾਂਗੇ ਕੋਵਿਡ-19 ਕੀ ਹੈ, ਇਹ ਕਿਵੇਂ ਫੈਲਦਾ ਹੈ, ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ, ਸਰਕਾਰ ਇਸ ਦੀ ਰੋਕਥਾਮ ਲਈ ਕੀ ਕਰ ਰਹੀ ਹੈ, ਇਸ ਨੂੰ ਲੈ ਕੇ ਸਾਡੇ ਵਿੱਚ ਕੀ ਗਲਤ ਧਾਰਨਾਵਾਂ ਫੈਲ ਰਹੀਆਂ ਹਨ ਅਤੇ ਸਭ ਤੋਂ ਜ਼ਰੂਰੀ ਅਸੀਂ ਆਪਣੀ ਮਾਨਸਿਕ ਸਿਹਤ ਨੂੰ ਇਹੋ ਜਿਹੇ ਔਖੇ ਸਮੇਂ ਵਿੱਚ ਕਿਵੇਂ ਚੰਗਾ ਅਤੇ ਸਵਸਥ ਰੱਖ ਸਕਦੇ ਹਾਂ। ਸੋ ਅੱਜ ਦੀ ਇਸ ਗੱਲਬਾਤ ਕਰਨ ਲਈ ਸਾਡੇ ਨਾਲ ਸ਼ਾਮਲ ਹਨ ਡਾਕਟਰ ਗੁਰਜੋਤ ਸਿੰਘ, ਜੋ ਕਿ ਪੇਸ਼ੇ ਵਜੋਂ ਇੱਕ ਸਾਈਕੈਟਰਿਸਟ ਹਨ, ਡਾਕਟਰ ਮਨਪ੍ਰੀਤ ਸਿੰਘ, ਜੋ ਕਿ ਪੇਸ਼ੇ ਵਜੋਂ ਇੱਕ ਡੈਂਟਲ ਸਰਜਨ ਹਨ, ਡਾਕਟਰ ਗੁਰਪ੍ਰੀਤ ਸਿੰਘ, ਜੋ ਕਿ ਪੇਸ਼ੇ ਵਜੋਂ ਇੱਕ ਮੈਡੀਕਲ ਡਾਕਟਰ ਹਨ, ਡਾਕਟਰ ਸਤਪ੍ਰੀਤ ਕੌਰ, ਜੋ ਕਿ ਪੇਸ਼ੇ ਵਜੋਂ ਇੱਕ ਮੈਡੀਕਲ ਡਾਕਟਰ ਹਨ, ਡਾਕਟਰ ਮਨਪ੍ਰੀਤ ਕੌਰ, ਜੋ ਕਿ ਪੇਸ਼ੇ ਵਜੋਂ ਇੱਕ ਪ੍ਰੋਸਟੋਡੋਂਟਿਕਸ ਐਂਡ ਇੰਪਲਾਂਟੋਲੋਜਿਸਟ ਹਨ, ਅਤੇ ਮੈਂ ਡਾਕਟਰ ਜਸਦੀਪ ਕੌਰ, ਜੋ ਪੇਸ਼ੇ ਵਜੋਂ ਡੈਂਟਲ ਸਰਜਨ ਹਾਂ ਅਤੇ ਨਾਲ ਹੀ ਨਾਲ ਮੈਂ ਅਮਰੀਕਨ ਯੂਨੀਵਰਸਿਟੀ ਤੋਂ ਸਾਈਕੋਲੋਜੀਕਲ ਹੈਲਥ ਫਰਸਟ ਏਡ ਅਤੇ ਮੈਂਟਲ ਹੈਲਥ ਫਰਸਟ ਏਡ ਦਾ ਕੋਰਸ ਕੀਤਾ ਹੈ। ਸੋ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਅੱਜ ਦੇ ਸੈਸ਼ਨ ਤੋਂ ਬਹੁਤ ਕੁਝ ਸਿੱਖੋਗੇ ਅਤੇ ਮੈਂ ਤਹਿ ਦਿਲੋਂ ਸਵਾਗਤ ਕਰਦੀ ਹਾਂ ਆਪਣੇ ਸਾਰੇ ਹੀ ਸਪੀਕਰਸ ਦਾ। ਹੁਣ ਮੈਂ ਡਾਕਟਰ ਗੁਰਜੋਤ ਸਿੰਘ ਜੀ ਨੂੰ ਮਾਈਕ ਪਾਸ ਕਰਦੀ ਹਾਂ ਤਾਂ ਜੋ ਉਹ ਸਾਰੇ ਸਪੀਕਰਸ ਨੂੰ ਕੁਐਸਚਨਸ ਪੁੱਛਣ। ਧੰਨਵਾਦ ਡਾਕਟਰ ਜਸਦੀਪ। ਅਸੀਂ ਹੋਰ ਸਮਾਂ ਨਾ ਲੈਂਦੇ ਹੋਏ ਆਪਣੇ ਪਹਿਲੇ ਪ੍ਰਸ਼ਨ ਵੱਲ ਵਧਦੇ ਹਾਂ। ਮੇਰਾ ਪਹਿਲਾ ਪ੍ਰਸ਼ਨ ਡਾਕਟਰ ਮਨਪ੍ਰੀਤ ਸਿੰਘ ਲਈ ਹੈ। ਡਾਕਟਰ ਮਨਪ੍ਰੀਤ, ਕੀ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਕਰੋਨਾ ਵਾਇਰਸ ਜਾਂ ਕੋਵਿਡ-19 ਮਹਾਮਾਰੀ ਕੀ ਹੈ? ਦੇਖੋ, ਕਰੋਨਾ ਵਾਇਰਸ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਕਰੋਨਾ ਵਾਇਰਸ ਐਕਚੁਅਲੀ ਇੱਕ ਫੈਮਿਲੀ ਹੈ ਅਤੇ ਕੋਵਿਡ-19 ਇਸ ਫੈਮਿਲੀ ਦਾ ਇੱਕ ਨਵਾਂ ਮੈਂਬਰ ਹੈ। ਇਸ ਤੋਂ ਪਹਿਲਾਂ ਵੀ ਕਰੋਨਾ ਵਾਇਰਸ ਕਰਕੇ ਇਸ ਦੁਨੀਆ ਵਿੱਚ ਬਿਮਾਰੀਆਂ ਹੋਈਆਂ ਹਨ, ਜਿਵੇਂ ਕਿ ਬਹੁਤ ਹੀ ਮਾਮੂਲੀ ਬਿਮਾਰੀ ਕੋਮਨ ਕੋਲਡ ਹੋ ਗਿਆ ਜਾਂ ਫਲੂ ਹੋ ਗਿਆ, ਇਹਦੇ ਕਰਕੇ ਹੀ ਹੁੰਦੀਆਂ ਹਨ। ਅਤੇ ਬਹੁਤ ਭਿਆਨਕ ਬਿਮਾਰੀਆਂ ਜਿਵੇਂ ਕਿ ਸਾਰਸ, ਉਹ ਵੀ ਉਹਦਾ ਕਾਰਨ ਵੀ ਕਰੋਨਾ ਵਾਇਰਸ ਹੀ ਰਿਹਾ ਹੈ। ਅੱਛਾ ਡਾਕਟਰ ਸਾਹਿਬ, ਕੀ ਇਸ ਪ੍ਰਕਾਰ ਦਾ ਵਾਇਰਸ ਦੁਨੀਆ ਵਿੱਚ ਪਹਿਲੀ ਵਾਰ ਆਇਆ ਹੈ? ਜੀ ਨਹੀਂ, ਇਸ ਤੋਂ ਪਹਿਲਾਂ ਵੀ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਪ੍ਰਕਾਰ ਦੀਆਂ ਵਾਇਰਲ ਇਨਫੈਕਸ਼ਨਸ ਦੁਨੀਆ ਵਿੱਚ ਹੋਈਆਂ ਹਨ, ਜਿਵੇਂ ਕਿ ਸਵਾਈਨ ਫਲੂ, H1N1 ਇਨਫਲੂਐਂਜ਼ਾ ਵਾਇਰਸ, ਇਬੋਲਾ ਵਾਇਰਸ, ਇਹ ਕੁਝ ਇਸੇ ਪ੍ਰਕਾਰ ਦੀਆਂ ਵਾਇਰਲ ਇਨਫੈਕਸ਼ਨਸ ਦੁਨੀਆ ਵਿੱਚ ਹਨ। ਫਿਰ ਕੋਵਿਡ-19 ਬਾਕੀ ਵਾਇਰਸਾਂ ਨਾਲੋਂ ਅਲੱਗ ਕਿਉਂ ਹੈ ਅਤੇ ਇਹ ਇੰਨੀ ਤੇਜ਼ੀ ਨਾਲ ਦੁਨੀਆ ਵਿੱਚ ਕਿਉਂ ਫੈਲ ਰਿਹਾ ਹੈ? ਦੇਖੋ, ਕੋਵਿਡ-19 ਅਤੇ ਬਾਕੀ ਵਾਇਰਲ ਇਨਫੈਕਸ਼ਨਸ ਦੇ ਵਿੱਚ ਦੋ ਜ਼ਰੂਰੀ ਅੰਤਰ ਹਨ। ਪਹਿਲਾ ਇਹ ਕਿ ਕੋਵਿਡ-19 ਵਾਇਰਸ ਦਾ ਇਨਕਿਊਬੇਸ਼ਨ ਪੀਰੀਅਡ ਬਹੁਤ ਲੰਬਾ ਹੈ, ਯਾਨੀ ਬਿਮਾਰੀ ਹੋਣ ਤੋਂ ਲੈ ਕੇ 7 ਦਿਨ ਤੱਕ ਮਰੀਜ਼ ਦੇ ਵਿੱਚ ਕੋਈ ਲੱਛਣ ਨਜ਼ਰ ਹੀ ਨਹੀਂ ਆਉਂਦਾ, ਜਦ ਕਿ ਮਰੀਜ਼ ਚੌਥੇ-ਪੰਜਵੇਂ ਦਿਨ ਬਾਅਦ ਇਨਫੈਕਸ਼ਨ ਫੈਲਾਉਣਾ ਸ਼ੁਰੂ ਕਰ ਦਿੰਦਾ ਹੈ। ਇਸ ਦਾ ਮਤਲਬ ਤਾਂ ਇਹ ਹੋਇਆ ਕਿ ਵਿਚਲੇ 24 ਤੋਂ 48 ਘੰਟੇ ਇਸ ਦਾ ਮਰੀਜ਼ ਇਹ ਵਾਇਰਸ ਅੱਗੇ ਦੇ ਸਕਦਾ ਹੈ। ਬਿਲਕੁਲ ਠੀਕ। ਅਤੇ ਨਾਲ ਦੇ ਨਾਲ ਇਸ ਬਿਮਾਰੀ ਦੇ 80% ਲੋਕਾਂ ਦੇ ਵਿੱਚ ਲੱਛਣ ਬਹੁਤ ਹੀ ਮੱਧਮ ਹਨ, ਜਿਸ ਨੂੰ ਕਿ ਅਸੀਂ ਨਾਰਮਲ ਖਾਂਸੀ, ਜ਼ੁਕਾਮ, ਨਜ਼ਲਾ ਸਮਝ ਕੇ ਇਗਨੋਰ ਕਰ ਦਿੰਦੇ ਹਾਂ। ਗੱਲਬਾਤ ਅੱਗੇ ਵਧਾਉਂਦੇ ਹੋਏ ਪਹਿਲਾਂ ਮੈਂ ਚਾਹਾਂਗਾ ਕਿ ਸਾਡੇ ਸਰੋਤੇ ਇਸ ਗੱਲ ਤੋਂ ਜਾਣੂ ਹੋ ਜਾਣ ਕਿ ਕਰੋਨਾ ਵਾਇਰਸ ਕਿੱਦਾਂ ਫੈਲਦਾ ਹੈ। ਕਰੋਨਾ ਵਾਇਰਸ ਹਵਾ ਵਿੱਚ ਆ ਕੇ ਦੂਸਰੇ ਬੰਦੇ ਤੱਕ ਪਹੁੰਚਦਾ ਹੈ। ਇੱਕ ਬਿਲਕੁਲ ਨਾਰਮਲ ਬੰਦਾ ਜਦ ਖੰਘ, ਛਿੱਕ ਜਾਂ ਸਾਹ ਬਾਹਰ ਛੱਡਦਾ ਹੈ ਤਾਂ ਇਸ ਦੀ ਛਾਤੀ ਵਿੱਚੋਂ ਰੇਸ਼ੇ ਦੇ ਬਹੁਤ ਬਰੀਕ ਕਣ ਹਵਾ ਵਿੱਚ ਆ ਜਾਂਦੇ ਹਨ। ਇਹ ਰੇਸ਼ੇ ਦੇ ਬਰੀਕ ਕਣ ਇੰਨੇ ਛੋਟੇ ਹੁੰਦੇ ਹਨ ਕਿ ਸਾਨੂੰ ਆਪਣੀ ਅੱਖਾਂ ਨਾਲ ਨਹੀਂ ਦਿਸਦੇ ਅਤੇ ਇੰਨੇ ਹਲਕੇ ਹੁੰਦੇ ਹਨ ਕਿ ਬਹੁਤ ਸਮੇਂ ਤੱਕ ਹਵਾ ਵਿੱਚ ਰਹਿ ਸਕਦੇ ਹਨ। ਜੇ ਇੱਕ ਬੰਦੇ ਨੂੰ ਕਰੋਨਾ ਵਾਇਰਸ ਇਨਫੈਕਸ਼ਨ ਹੈ ਤਾਂ ਉਹ ਇਨਫੈਕਸ਼ਨ ਖੰਘ, ਛਿੱਕ ਜਾਂ ਸਾਹ ਦੇ ਰਾਹੀਂ ਪਹਿਲਾਂ ਹਵਾ ਵਿੱਚ ਆਵੇਗੀ
ਉਸ ਬੰਦੇ ਦੇ ਆਲੇ ਦੁਆਲੇ ਖੜੇ ਲੋਕ ਜਦ ਸਾਹ ਲੈਣਗੇ ਤਾਂ ਇਹ ਇਨਫੈਕਸ਼ਨ ਵਾਲੇ ਕਣ ਸਾਹ ਅੰਦਰ ਖਿੱਚਣ ਦੌਰਾਨ ਉਹਨਾਂ ਦੇ ਸਾਹ ਵਾਲੇ ਸਿਸਟਮ ਵਿੱਚ ਚਲੇ ਜਾਣਗੇ। ਇਸ ਤੋਂ ਇਲਾਵਾ ਨੱਕ ਦੇ ਰੇਸ਼ੇ ਨਾਲ ਵੀ ਕਰੋਨਾ ਵਾਇਰਸ ਇੱਕ ਬੰਦੇ ਤੋਂ ਦੂਸਰੇ ਬੰਦੇ ਤੱਕ ਪਹੁੰਚ ਸਕਦਾ ਹੈ। ਸੋ ਜੇ ਆਪਾਂ ਮੋਟਾ-ਮੋਟਾ ਸਮਝੀਏ ਤਾਂ ਇਨਫੈਕਸ਼ਨ ਪਹਿਲਾਂ ਹਵਾ ਵਿੱਚ ਜਾਂਦੀ ਹੈ, ਫਿਰ ਦੂਸਰੇ ਬੰਦੇ ਦੇ ਅੰਦਰ ਜਾਂਦੀ ਹੈ। ਇਸ ਤੋਂ ਇਲਾਵਾ ਇੱਕ ਗੱਲ ਹੋਰ ਸਮਝਣ ਵਾਲੀ ਹੈ ਕਿ ਹਵਾ ਵਿੱਚ ਹੀ ਨਹੀਂ, ਹਵਾ ਵਿੱਚ ਕੁਝ ਸਮੇਂ ਰਹਿਣ ਤੋਂ ਬਾਅਦ ਇਹ ਰੇਸ਼ੇ ਦੇ ਕਣ ਥੱਲੇ ਬੈਠ ਜਾਂਦੇ ਹਨ ਅਤੇ ਜ਼ਮੀਨ ਤੇ, ਕੱਪੜਿਆਂ ਤੇ ਅਤੇ ਟੇਬਲ, ਕੁਰਸੀ, ਹੋਰ ਚੀਜ਼ਾਂ ਤੇ ਇਕੱਤਰਿਤ ਹੋ ਜਾਂਦੇ ਹਨ। ਹੁਣ ਜਦ ਕੋਈ ਬੰਦਾ ਇਹਨਾਂ ਚੀਜ਼ਾਂ ਨੂੰ ਹੱਥ ਲਾ ਕੇ ਆਪਣੇ ਮੂੰਹ ਨੂੰ ਜਾਂ ਨੱਕ ਨੂੰ ਹੱਥ ਲਾਵੇਗਾ ਤੇ ਇਹੀ ਇਨਫੈਕਸ਼ਨ ਉਹਨਾਂ ਦੇ ਸਾਹ ਰਾਹੀਂ ਅੰਦਰ ਚਲੀ ਜਾਵੇਗੀ। ਹੁਣ ਮੈਂ ਡਾਕਟਰ ਗੁਰਪ੍ਰੀਤ ਤੋਂ ਜਾਣਨਾ ਚਾਹਾਂਗਾ ਕਿ ਕੋਵਿਡ-19 ਨੂੰ ਫੈਲਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ। ਡਾਕਟਰ ਗੁਰਪ੍ਰੀਤ, ਸਾਨੂੰ ਇਸ ਬਾਰੇ ਦੱਸੋ। ਧੰਨਵਾਦ ਜੀ। ਤੁਸੀਂ ਕੁਝ ਸਧਾਰਨ ਸਾਵਧਾਨੀਆਂ ਵਰਤ ਕੇ ਕੋਵਿਡ-19 ਤੋਂ ਬਚ ਸਕਦੇ ਹੋ ਅਤੇ ਫੈਲਣ ਤੋਂ ਰੋਕ ਸਕਦੇ ਹੋ। ਮੈਂ ਤੁਹਾਨੂੰ ਇੱਥੇ 6-7 ਪੁਆਇੰਟ ਦੱਸਣੇ ਲਾਜ਼ਮੀ ਸਮਝਾਂਗਾ। ਸਭ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਨਿਯਮਿਤ ਅਤੇ ਚੰਗੀ ਤਰ੍ਹਾਂ ਕਿਸੇ ਵੀ ਅਲਕੋਹਲ ਬੇਸਡ ਹੈਂਡ ਸੈਨੀਟਾਈਜ਼ਰ ਦੇ ਨਾਲ ਰਗੜੋ ਜਾਂ ਸਾਬਣ ਅਤੇ ਪਾਣੀ ਨਾਲ ਘੱਟੋ ਘੱਟ 20 ਸਕਿੰਟਾਂ ਲਈ ਧੋਵੋ। ਇੰਜ ਕਰਨ ਨਾਲ ਜੇ ਕੋਈ ਕਰੋਨਾ ਵਾਇਰਸ ਤੁਹਾਡੇ ਹੱਥਾਂ ਤੇ ਮੌਜੂਦ ਹੈ ਤਾਂ ਉਹ ਖਤਮ ਹੋ ਜਾਵੇਗਾ। ਅਗਲਾ ਪੁਆਇੰਟ, ਆਪਣੇ ਅਤੇ ਦੂਜਿਆਂ ਦੇ ਵਿਚਕਾਰ ਘੱਟੋ ਘੱਟ 1 ਮੀਟਰ ਦਾ ਫਾਸਲਾ ਬਣਾ ਕੇ ਰੱਖੋ। ਇਦਾਂ ਕਿਉਂ ਕਰਨਾ ਹੈ? ਕਿਉਂਕਿ ਜਦੋਂ ਕੋਈ ਬੋਲਦਾ ਹੈ, ਖੰਘਦਾ ਹੈ ਜਾਂ ਖਾਂਸੀ ਕਰਦਾ ਹੈ ਤੇ ਛੋਟੇ ਰੇਸ਼ੇ ਦੇ ਕਣ ਹਵਾ ਵਿੱਚ ਆ ਜਾਂਦੇ ਹਨ ਤੇ ਜੇ ਸਾਹਮਣੇ ਵਾਲੇ ਨੂੰ ਕਰੋਨਾ ਵਾਇਰਸ ਇਨਫੈਕਸ਼ਨ ਹੈ ਤੇ ਉਹ ਛੋਟੇ ਰੇਸ਼ੇ ਦੇ ਕਣ ਜਿਹੜੇ ਇਨਫੈਕਟਡ ਨੇ ਉਹ ਸਾਹ ਰਾਹੀਂ ਤੁਹਾਡੇ ਅੰਦਰ ਆ ਸਕਦੇ ਹਨ ਤੇ ਤੁਹਾਨੂੰ ਵੀ ਇਨਫੈਕਟ ਕਰ ਸਕਦੇ ਹਨ। ਅਗਲਾ ਪੁਆਇੰਟ, ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਬਚੋ। ਕਿਉਂ? ਜਦੋਂ ਤੁਸੀਂ ਭੀੜ ਵਾਲੀ ਜਗ੍ਹਾ ਤੇ ਜਾਂਦੇ ਹੋ ਉੱਥੇ ਵਧੇਰੇ ਲੋਕ 1 ਮੀਟਰ ਦੀ ਦੂਰੀ ਬਣਾਉਣ ਦਾ ਜਿਹੜਾ ਫਾਸਲਾ ਆ ਉਹ ਰੱਖਣ ਦੇ ਵਿੱਚ ਨਾਕਾਮ ਹੋ ਜਾਂਦੇ ਹਨ ਤੇ ਜੇ ਉਸ ਭੀੜ ਵਿੱਚ ਕਿਸੇ ਇੱਕ ਨੂੰ ਵੀ ਕਰੋਨਾ ਵਾਇਰਸ ਇਨਫੈਕਸ਼ਨ ਹੁੰਦੀ ਹੈ ਤੇ ਉਹ ਸਾਰੀ ਭੀੜ ਨੂੰ ਕਰੋਨਾ ਵਾਇਰਸ ਇਨਫੈਕਸ਼ਨ ਕਰ ਸਕਦਾ ਹੈ। ਅਗਲਾ ਪੁਆਇੰਟ, ਆਪਣੇ ਅੱਖਾਂ, ਨੱਕ ਅਤੇ ਮੂੰਹ ਨੂੰ ਬਾਰ-ਬਾਰ ਛੂਹਣ ਤੋਂ ਬਚੋ ਕਿਉਂਕਿ ਸਾਡੇ ਹੱਥ ਇੱਧਰ-ਉੱਧਰ ਕਈ ਜਗ੍ਹਾ ਤੇ ਲੱਗਦੇ ਹਨ ਤੇ ਹੋ ਸਕਦਾ ਹੈ ਕਿ ਉਹਨਾਂ ਜਗ੍ਹਾਵਾਂ ਦੇ ਉੱਤੇ ਕਰੋਨਾ ਵਾਇਰਸ ਹੋਵੇ ਤੇ ਉਹ ਸਾਡੇ ਹੱਥਾਂ ਨੂੰ ਦੂਸ਼ਿਤ ਕਰ ਦੇਵੇਗਾ ਤੇ ਜਦੋਂ ਵਾਪਸ ਆਪਾਂ ਉਹੀ ਹੱਥ ਆਪਣੀਆਂ ਅੱਖਾਂ, ਆਪਣੇ ਨੱਕ ਜਾਂ ਮੂੰਹ ਤੇ ਲਗਾਵਾਂਗੇ ਤੇ ਉਹ ਸਾਡੇ ਸਰੀਰ 'ਚ ਪ੍ਰਵੇਸ਼ ਕਰ ਸਕਦਾ ਹੈ ਤੇ ਸਾਨੂੰ ਕਰੋਨਾ ਵਾਇਰਸ ਇਨਫੈਕਸ਼ਨ ਕਰ ਸਕਦਾ ਹੈ। ਅਗਲਾ ਪੁਆਇੰਟ, ਜੇ ਤੁਹਾਨੂੰ ਖਾਂਸੀ, ਬੁਖਾਰ ਜਾਂ ਸਾਹ ਦੀ ਕੋਈ ਵੀ ਮੁਸ਼ਕਲ ਆਉਂਦੀ ਪਈ ਹੈ ਤਾਂ ਆਪਣੇ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰੋ, ਪਰ ਉਸ ਤੋਂ ਪਹਿਲਾਂ ਟੈਲੀਫੋਨ ਰਾਹੀਂ ਉਹਨਾਂ ਨਾਲ ਗੱਲ ਕਰੋ ਅਤੇ ਲੋਕਲ ਹੈਲਥ ਅਥਾਰਟੀ ਦੇ ਨਾਲ ਸੰਪਰਕ ਵਿੱਚ ਆਵੋ ਤੇ ਨਿਰਦੇਸ਼ਾਂ ਦਾ ਪਾਲਣ ਕਰੋ ਕਿਉਂਕਿ ਜਿਹੜੇ ਰਾਸ਼ਟਰੀ ਅਤੇ ਸਥਾਨਿਕ ਅਥਾਰਟੀ ਅਧਿਕਾਰੀ ਹੁੰਦੇ ਹਨ ਉਹਨਾਂ ਕੋਲ ਤੁਹਾਡੇ ਖੇਤਰ ਦੀ ਜ਼ਿਆਦਾ ਵਧੀਆ ਅਤੇ ਤਾਜ਼ਾ ਜਾਣਕਾਰੀ ਮੌਜੂਦ ਹੁੰਦੀ ਹੈ ਤੇ ਟੈਲੀਫੋਨ ਕਰਨ ਦੇ ਨਾਲ ਉਹ ਤੁਹਾਨੂੰ ਸਹੀ ਨਿਰਦੇਸ਼ ਦੇ ਸਕਣਗੇ ਅਤੇ ਇਸ ਤਰ੍ਹਾਂ ਤੁਸੀਂ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕ ਸਕਦੇ ਹੋ। ਕਰੋਨਾ ਵਾਇਰਸ ਦੇ ਸਮੇਂ ਮੈਨੂੰ ਫਲ ਅਤੇ ਸਬਜ਼ੀਆਂ ਕਿਵੇਂ ਧੋਣੀਆਂ ਚਾਹੀਦੀਆਂ ਹਨ? ਫਲਾਂ ਤੇ ਸਬਜ਼ੀਆਂ ਨੂੰ ਤੁਸੀਂ ਉਸੇ ਤਰ੍ਹਾਂ ਧੋਵੋ ਜਿਸ ਤਰ੍ਹਾਂ ਤੁਸੀਂ ਕਿਸੇ ਹੋਰ ਸਥਿਤੀ ਵਿੱਚ ਕਰਦੇ ਹੋ। ਬਸ ਉਹਨਾਂ ਨੂੰ ਸੰਭਾਲਣ ਤੋਂ ਪਹਿਲਾਂ ਇੱਕ ਵਾਰੀ ਆਪਣੇ ਹੱਥਾਂ ਨੂੰ ਪਾਣੀ ਅਤੇ ਸਾਬਣ ਨਾਲ ਧੋ ਲਵੋ ਤੇ ਉਸ ਤੋਂ ਬਾਅਦ ਸਬਜ਼ੀਆਂ ਤੇ ਫਲਾਂ ਨੂੰ ਚੰਗੀ ਤਰ੍ਹਾਂ ਕਿਸੇ ਸਾਫ਼ ਪਾਣੀ ਦੇ ਨਾਲ ਧੋ ਲਵੋ। ਜੇ ਮੇਰੇ ਘਰ ਵਿੱਚ ਕੋਈ ਸ਼ੱਕੀ ਜਾਂ ਪੁਸ਼ਟੀ ਕਰਨ ਵਾਲਾ ਕੋਵਿਡ-19 ਮਰੀਜ਼ ਨਾ ਹੋਵੇ ਤਾਂ ਮੈਨੂੰ ਕੱਪੜੇ ਅਤੇ ਬਿਸਤਰ ਕਿਵੇਂ ਧੋਣੇ ਚਾਹੀਦੇ ਹਨ? ਤੁਸੀਂ ਆਪਣੀ ਲਾਂਡਰੀ ਕਰੋ ਕਿਉਂਕਿ ਆਮ ਤੌਰ ਤੇ ਤੁਸੀਂ ਡਿਟਰਜੈਂਟ ਜਾਂ ਸਾਬਣ ਦੀ ਵਰਤੋਂ ਕਰਦੇ ਹੋ। ਇੱਥੇ ਤੁਹਾਨੂੰ ਵਾਸ਼ਿੰਗ ਮਸ਼ੀਨ ਜਾਂ ਡਰਾਇਰ ਦੀ ਲੋੜ ਨਹੀਂ ਹੈਗੀ ਤੇ ਨਾ ਬਹੁਤੇ ਗਰਮ ਪਾਣੀ ਦੀ ਲੋੜ ਹੈ। ਬਸ ਆਪਣੇ ਕੱਪੜੇ, ਤੌਲੀਏ ਜਾਂ ਬੈੱਡ ਲਾਈਨਿੰਗ ਨੂੰ ਸਾਂਭਣ ਤੋਂ ਪਹਿਲਾਂ ਇੱਕ ਵਾਰੀ ਆਪਣੇ ਹੱਥਾਂ ਨੂੰ ਜ਼ਰੂਰ ਸਾਫ਼ ਕਰ ਲਵੋ। ਮੈਂ ਕੋਵਿਡ-19 ਦੇ ਸਮੇਂ ਸੁਰੱਖਿਅਤ ਤਰੀਕੇ ਨਾਲ ਦੁਕਾਨ ਤੋਂ ਸਮਾਨ ਕਿਵੇਂ ਲਿਆ ਸਕਦਾ ਹਾਂ? ਕਰਿਆਨੇ ਦੀ ਖਰੀਦਦਾਰੀ ਕਰਨ ਜਾਵੋ, ਦੂਜਿਆਂ ਤੋਂ ਘੱਟੋ ਘੱਟ 1 ਮੀਟਰ ਦੀ ਦੂਰੀ ਬਣਾ ਕੇ ਰੱਖੋ ਅਤੇ ਆਪਣੇ ਹੱਥਾਂ ਨੂੰ ਬਾਰ-ਬਾਰ ਆਪਣੇ ਮੂੰਹ, ਅੱਖ, ਨੱਕ ਤੇ ਨਾ ਲਗਾਵੋ ਤੇ ਜੇ ਸੰਭਵ ਹੋ ਸਕਦਾ ਹੋਵੇ ਤੇ ਕਰਿਆਨੇ ਵਾਲੀਆਂ ਟੋਕਰੀਆਂ ਤੇ ਹੈਂਡਲਾਂ ਨੂੰ ਇੱਕ ਵਾਰੀ ਸਾਫ਼ ਕਰ ਲਵੋ ਤੇ ਵਾਪਸ ਬਰਤਨ ਤੇ ਆਪਣੇ ਸਮਾਨ ਨੂੰ ਸਟੋਰ ਕਰੋ ਤੇ ਆਪਣੇ ਹੱਥਾਂ ਨੂੰ ਫਿਰ ਧੋਵੋ। ਵੈਸੇ ਹਜੇ ਤੱਕ ਕੋਈ ਵੀ ਪੈਕਡ ਖਾਣੇ ਦੇ ਨਾਲ ਇਨਫੈਕਸ਼ਨ ਫੈਲਣ ਦਾ ਹਜੇ ਤੱਕ ਕੋਈ ਕੇਸ ਨਹੀਂ ਆਇਆ। ਕੀ ਕੋਵਿਡ-19 ਸਿੱਕਿਆਂ ਅਤੇ ਬੈਂਕ ਨੋਟਾਂ ਰਾਹੀਂ ਫੈਲ ਸਕਦਾ ਹੈ? ਇਸ ਵੇਲੇ ਇਸ ਗੱਲ ਦੀ ਪੁਸ਼ਟੀ ਜਾਂ ਨਕਾਰ ਕਰਨ ਲਈ ਸਾਡੇ ਕੋਲ ਕੋਈ ਸਬੂਤ ਨਹੀਂ ਹੈ ਕਿ ਕੋਵਿਡ-19 ਸਿੱਕਿਆਂ ਜਾਂ ਬੈਂਕਾਂ ਨੋਟਾਂ ਰਾਹੀਂ ਫੈਲ ਸਕਦਾ ਹੈ।
ਬਸ ਤੁਸੀਂ ਇਹ ਕਰ ਸਕਦੇ ਹੋ ਕਿ ਬੈਂਕਾਂ, ਨੋਟਾਂ ਤੇ ਸਿੱਕਿਆਂ ਨੂੰ ਹੱਥ ਲਾਉਣ ਤੋਂ ਬਾਅਦ ਆਪਣੀਆਂ ਅੱਖਾਂ, ਮੂੰਹ ਤੇ ਨੱਕ ਨੂੰ ਨਾ ਛੂਹੋ ਤੇ ਆਪਣੇ ਹੱਥਾਂ ਨੂੰ ਧੋਵੋ। ਕੀ ਮਾਸਕ ਪਾਉਣਾ ਜ਼ਰੂਰੀ ਹੈ ਅਤੇ ਇਹ ਕਰੋਨਾ ਵਾਇਰਸ ਦੀ ਇਨਫੈਕਸ਼ਨ ਨੂੰ ਰੋਕਣ ਵਿੱਚ ਕਿੰਨਾ ਸક્ષਮ ਹੈ? ਨਵੀਂ ਗਾਈਡਲਾਈਨਸ ਦੇ ਮੁਤਾਬਿਕ ਜਿੱਥੋਂ ਤੱਕ ਹੋ ਸਕੇ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ। ਵੈਸੇ ਘਰ ਵਿੱਚ ਜਾਂ ਜਿੱਥੇ ਤੁਸੀਂ ਇਕੱਲੇ ਰਹਿੰਦੇ ਹੋ ਉੱਥੇ ਬਿਨਾਂ ਮਾਸਕ ਤੋਂ ਵੀ ਰਿਹਾ ਜਾ ਸਕਦਾ ਹੈ, ਪਰ ਹਾਂ ਜਿੱਥੇ ਤੁਹਾਨੂੰ ਬਾਹਰ ਜਾਣਾ ਪੈ ਰਿਹਾ ਹੈ, ਜਿੱਦਾਂ ਕਰਿਆਨਾ ਹੋ ਗਿਆ, ਮੰਡੀ ਹੋ ਗਈ ਜਾਂ ਕਿਤੇ ਹੋਰ ਕੰਮ ਲਈ, ਉੱਥੇ ਮਾਸਕ ਪਹਿਨਣਾ ਤੁਹਾਡੇ ਲਈ ਸੁਰੱਖਿਅਤ ਹੀ ਹੋਵੇਗਾ। ਤੇ ਸਾਡੇ ਕੋਲ 3 ਪ੍ਰਕਾਰ ਦੇ ਮਾਸਕ ਹਨ। ਪਹਿਲਾ ਕੱਪੜੇ ਦਾ ਮਾਸਕ, ਦੂਜਾ ਡਿਸਪੋਜ਼ੇਬਲ ਮਾਸਕ, ਤੀਜਾ N95 ਮਾਸਕ। ਵੈਸੇ ਇੱਥੇ ਮਾਸਕ ਦੀ ਇੰਨੀ ਡਿਟੇਲ ਸਾਨੂੰ ਚਾਹੀਦੀ ਨਹੀਂ ਆ, ਪਰ ਤੁਹਾਨੂੰ ਜ਼ਰੂਰ ਦੱਸਾਂਗਾ ਕਿ ਕੱਪੜੇ ਦਾ ਮਾਸਕ ਰੋਜ਼ ਧੋਵੋ ਤੇ ਕਿਸੇ ਨਾਲ ਵੰਡੋ ਨਾ। ਡਿਸਪੋਜ਼ੇਬਲ ਮਾਸਕ ਨੂੰ ਸਿਰਫ ਇੱਕ ਵਾਰੀ ਵਰਤੋ ਤੇ ਮਾਸਕ ਪਹਿਨਣ ਤੋਂ ਪਹਿਲਾਂ ਅਤੇ ਉਤਾਰਨ ਤੋਂ ਬਾਅਦ ਆਪਣੇ ਹੱਥਾਂ ਨੂੰ ਜ਼ਰੂਰ ਧੋਵੋ। ਅਤੇ ਸਾਨੂੰ ਇਹ ਵੀ ਦੇਖਣਾ ਪਏਗਾ ਕਿ ਸਿਰਫ ਮਾਸਕ ਪਹਿਨਣ ਦੇ ਨਾਲ ਅਸੀਂ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਨਹੀਂ ਬਚ ਸਕਦੇ, ਇਸ ਲਈ ਸਾਨੂੰ ਬਹੁਤੇ ਹੋਰ ਵੀ ਅਹਤਿਆਤ ਅਪਣਾਉਣੇ ਪੈਣਗੇ। ਹੁਣ ਮੈਂ ਡਾਕਟਰ ਸਤਪ੍ਰੀਤ ਤੋਂ ਜਾਣਨਾ ਚਾਹਾਂਗਾ ਕਿ ਕੋਵਿਡ-19 ਦਾ ਕੋਈ ਇਲਾਜ ਹੈ ਜਾਂ ਨਹੀਂ। ਕੋਰੋਨਾ ਵਾਇਰਸ ਦਾ ਕੋਈ ਵੀ ਪੱਕਾ ਇਲਾਜ ਨਹੀਂ। ਦੁਨੀਆ ਭਰ ਵਿੱਚ ਕਈ ਟ੍ਰੀਟਮੈਂਟ ਪਲਾਨ ਵਰਤੇ ਜਾ ਰਹੇ ਹਨ, ਪਰ ਇਹ ਸਾਰੇ ਟ੍ਰਾਇਲ ਬੇਸਿਸ ਤੇ ਸ਼ੁਰੂ ਹੋਏ ਹਨ। ਇਸ ਤੋਂ ਪਹਿਲਾ ਹੈ ਹਾਈਡਰੋਕਸੀਕਲੋਰੋਕੁਇਨ ਅਤੇ ਐਜ਼ਿਥਰੋਮਾਈਸਿਨ ਦਾ ਕੰਬੀਨੇਸ਼ਨ, ਜੋ ਕਿ 5 ਦਿਨਾਂ ਲਈ ਦਿੱਤਾ ਜਾਂਦਾ ਹੈ। ਇਹ ਕਿੰਨਾ ਫਾਇਦੇਮੰਦ ਹੈ, ਇਸ ਤੇ ਹਲੇ ਰਿਸਰਚ ਚੱਲ ਰਹੀ ਹੈ। ਦੂਜਾ ਟ੍ਰੀਟਮੈਂਟ ਹੈ ਰੈਮਡੈਸਿਵਿਰ, ਜੋ ਕਿ ਵਾਇਰਸ ਦੇ ਆਰਐਨਏ ਪੋਲੀਮਰੇਜ਼ ਐਂਜ਼ਾਈਮ ਤੇ ਕੰਮ ਕਰਦੀ ਹੈ ਅਤੇ ਵਾਇਰਸ ਨੂੰ ਸਰੀਰ ਵਿੱਚ ਫੈਲਣ ਤੋਂ ਰੋਕਦੀ ਹੈ। ਜਾਪਾਨ, ਅਮਰੀਕਾ ਵਰਗੇ ਵਿਕਸਿਤ ਦੇਸ਼ਾਂ ਨੇ ਇਸ ਨੂੰ ਮਾਨਤਾ ਦੇ ਦਿੱਤੀ ਹੈ, ਪਰ ਇਹ ਕਿੰਨਾ ਕਾਰਗਰ ਹੈ, ਇਸ ਤੇ ਹਲੇ ਰਿਸਰਚ ਚੱਲ ਰਹੀ ਹੈ। ਇੱਕ ਹੋਰ ਟ੍ਰੀਟਮੈਂਟ ਹੈ ਪਲਾਜ਼ਮਾ ਥੈਰੇਪੀ। ਕਰੋਨਾ ਤੋਂ ਠੀਕ ਹੋਏ ਮਰੀਜ਼ ਦੇ ਖੂਨ ਵਿੱਚੋਂ ਅਗਰ ਸੈੱਲ ਅਲੱਗ ਕਰ ਦਿੱਤੇ ਜਾਣ, ਜੋ ਤਰਲ ਭਾਗ ਬਚਦਾ ਹੈ ਉਸ ਨੂੰ ਪਲਾਜ਼ਮਾ ਕਿਹਾ ਜਾਂਦਾ ਹੈ। ਇਸ ਪਲਾਜ਼ਮਾ ਦੇ ਇੱਕ ਸੈਂਪਲ ਤੋਂ 2 ਤੋਂ 3 ਮਰੀਜ਼ ਠੀਕ ਹੋ ਸਕਦੇ ਹਨ। ਦਿੱਲੀ, ਰਾਜਸਥਾਨ ਅਤੇ ਇੰਦੌਰ ਅਤੇ ਭਾਰਤ ਦੇ ਹੋਰ ਵੱਖ-ਵੱਖ ਸੂਬਿਆਂ ਵਿੱਚ ਇਸ ਨੂੰ ਅਜ਼ਮਾਇਆ ਜਾ ਰਿਹਾ ਹੈ, ਪਰ ਬਾਕੀ ਸਾਰੇ ਇਲਾਜਾਂ ਦੀ ਤਰ੍ਹਾਂ ਇਹ ਕਿੰਨਾ ਕਾਰਗਰ ਹੈ, ਇਸ ਤੇ ਹਲੇ ਰਿਸਰਚ ਚੱਲ ਰਹੀ ਹੈ। ਤੀਸਰਾ ਟ੍ਰੀਟਮੈਂਟ ਹੈ ਐਂਟੀਜਨ ਐਂਟੀਬਾਡੀ ਟ੍ਰੀਟਮੈਂਟ। ਵਾਇਰਸ ਤੇ ਲੱਗੇ ਛੋਟੇ ਕਣਾਂ ਨੂੰ ਐਂਟੀਜਨ ਕਿਹਾ ਜਾਂਦਾ ਹੈ ਅਤੇ ਸਾਡਾ ਸਰੀਰ ਇਸ ਦੇ ਵਿਰੁੱਧ ਐਂਟੀਬਾਡੀਜ਼ ਬਣਾਉਂਦਾ ਹੈ। ਲੈਬੋਰੇਟਰੀ ਵਿੱਚ ਇਸ ਵਾਇਰਸ ਦੇ ਵਿਰੁੱਧ ਐਂਟੀਬਾਡੀਜ਼ ਬਣ ਰਹੀਆਂ ਹਨ ਅਤੇ ਇਹ ਕਰੋਨਾ ਦੇ ਇਲਾਜ ਲਈ ਵਰਤੀਆਂ ਜਾਣਗੀਆਂ। ਵੱਖ-ਵੱਖ ਫਾਰਮਾਸਿਊਟੀਕਲ ਕੰਪਨੀਆਂ ਅਤੇ ਰਿਸਰਚ ਲੈਬੋਰੇਟਰੀਆਂ ਵੈਕਸੀਨ ਬਣਾਉਣ ਤੇ ਕੰਮ ਕਰ ਰਹੀਆਂ ਹਨ, ਪਰ ਇਸ ਨੂੰ ਬਣਾਉਣ ਵਿੱਚ ਅਗਲੇ 6 ਮਹੀਨੇ ਤੋਂ 2 ਸਾਲ ਤੱਕ ਲੱਗ ਸਕਦੇ ਹਨ। ਬਹੁਤ ਬਹੁਤ ਧੰਨਵਾਦ ਸਤਪ੍ਰੀਤ। ਹੁਣ ਮੈਂ ਰਿਕੁਐਸਟ ਕਰਾਂਗਾ ਡਾਕਟਰ ਮਨਪ੍ਰੀਤ ਕੌਰ ਨੂੰ ਕਿ ਉਹ ਸਾਨੂੰ ਸਰਕਾਰ ਦੀਆਂ ਨੀਤੀਆਂ ਬਾਰੇ ਦੱਸਣ। ਸਰਕਾਰ ਆਮ ਲੋਕਾਂ ਦੀ ਸਹਾਇਤਾ ਵਾਸਤੇ ਕੀ ਕਦਮ ਚੁੱਕ ਰਹੀ ਹੈ? ਸਰਕਾਰ ਨੇ ਆਮ ਲੋਕਾਂ ਦੀ ਸਹਾਇਤਾ ਵਾਸਤੇ ਕਈ ਨੀਤੀਆਂ ਬਣਾਈਆਂ ਹਨ, ਜਿਵੇਂ ਕਿ ਪੀਐਮ ਕੇਅਰ ਫੰਡ। ਪੀਐਮ ਕੇਅਰ ਫੰਡ ਦੀ ਸਥਾਪਨਾ 28 ਮਾਰਚ 2020 ਨੂੰ ਕੀਤੀ ਗਈ ਸੀ ਤੇ ਇਸ ਫੰਡ ਦੀ ਵਰਤੋਂ ਐਮਰਜੈਂਸੀ ਸਿਚੁਏਸ਼ਨ ਤੇ ਕੋਰੋਨਾ ਵਾਇਰਸ ਵਰਗੀਆਂ ਮਹਾਮਾਰੀਆਂ ਦੇ ਲੜਨ ਲਈ ਕੀਤੀ ਜਾ ਰਹੀ ਹੈ। दूसरा है प्रधानमंत्री गरीब कल्याण योजना। प्रधानमंत्री गरीब कल्याण योजना गरीब लोगों की आर्थिक मदद वास्ते इसकी स्थापना की गई सी ते इस दे दौरान सरकार ने 500 रुपए की रकम हर गरीब के खाते दे विच जमा करवा दी गई है ते नाल ही राशन किटां भी प्रोवाइड करवाईयां गईयां हन। दूजा प्रश्न है सरकार सोशल हैल्थ केयर वर्कर्स की आर्थिक स्थिति वास्ते की कर रही है। इस वास्ते भी सरकार ने नीतियां बनाईयां हन, जिस दे तहत 50 लाख रुपए का बीमा 90 दिनों वास्ते हर हैल्थ केयर वर्कर्स नू प्रोवाइड किया जाएगा। सरकार ने जरूरी सामान की सप्लाई बनाने वास्ते की प्रबंध किए हैं? सरकार ने जरूरी सामान की सप्लाई बनाने वास्ते ई पास बनाया है ताकि जरूरी सामान की सप्लाई हर जिले में बनी रहे। चौथा प्रश्न है कि सरकार अगर कोरोना वायरस के मरीज बढ़ जाते हैं तो सरकार की की नीति रहेगी? इस वास्ते भी रेलवे मंत्रालय ने कई उपराले किए हैं, जिस दे तहत रेलवे कोचेस नूं कोविड केयर सेंटर दे विच तब्दील करन दी शुरुआत की जा चुकी है ताकि वध मरीजां दे विच भी अपनी सरकार हर मरीज की टेक केयर कर सके। की सरकार ने डॉक्टरां नूं कोरोना वायरस दे नाल लड़न लई कोई खास ट्रेनिंग दी है? जी हाँ, बिल्कुल। सरकार ने ऑनलाइन ट्रेनिंग की शुरुआत की है, जिवें कि IGOT जो कि इंटीग्रेटेड गवर्नमेंट ऑनलाइन ट्रेनिंग कहलाया जाता है, जिस दे तहत सरकार फ्रंटलाइन वर्कर्स नूं एक खास तरीके दे नाल तैयार कर रही है ताकि वो कोरोना वायरस की जंग लड़ सकन। सरकार ने कोरोना वायरस की रोकथाम लई की कोई कदम चुक्या है?
ਹਾਂਜੀ, ਸਰਕਾਰ ਨੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਕਦਮ ਚੁੱਕਿਆ ਹੈ। ਸਰਕਾਰ ਨੇ ਹਰ ਜ਼ਿਲ੍ਹਿਆਂ ਨੂੰ ਗ੍ਰੀਨ, ਰੈੱਡ ਤੇ ਔਰੇਂਜ ਜ਼ੋਨ ਦੇ ਵਿੱਚ ਡਿਵਾਈਡ ਕੀਤਾ ਹੈ। ਗ੍ਰੀਨ ਜ਼ੋਨ ਉਹ ਹੈ ਜਿਸ ਦੇ ਵਿੱਚ 21 ਦਿਨਾਂ ਤੱਕ ਕੋਈ ਕੋਰੋਨਾ ਵਾਇਰਸ ਦੇ ਕੇਸ ਦੀ ਪੁਸ਼ਟੀ ਨਹੀਂ ਹੋਈ ਹੈ, ਤੇ ਰੈੱਡ ਜ਼ੋਨ ਜਿਹਨੂੰ ਆਪਾਂ ਹੌਟ ਸਪੌਟ ਏਰੀਆ ਵੀ ਕਹਿੰਦੇ ਹਾਂ, ਇਹ ਉਹ ਜ਼ੋਨ ਹੈ ਜਿਹਦੇ ਵਿੱਚ ਪੁਸ਼ਟੀ ਕੀਤੇ ਗਏ ਕੇਸਾਂ ਤੋਂ ਗਿਣਤੀ ਕੋਰੋਨਾ ਵਾਇਰਸ ਦੇ ਕੇਸਿਸ ਦੀ ਦੁੱਗਣੀ ਹੁੰਦੀ ਹੈ। ਤੇ ਤੀਸਰਾ ਜ਼ੋਨ ਹੈ ਔਰੇਂਜ ਜ਼ੋਨ। ਜੋ ਜ਼ੋਨ ਗ੍ਰੀਨ ਤੇ ਰੈੱਡ ਜ਼ੋਨ ਦੇ ਵਿੱਚ ਨਹੀਂ ਆਉਂਦੇ ਹਨ, ਉਹ ਔਰੇਂਜ ਜ਼ੋਨ ਦੇ ਵਿੱਚ ਆਉਂਦੇ ਹਨ। ਧੰਨਵਾਦ ਮਨਪ੍ਰੀਤ। ਹੁਣ ਅਸੀਂ ਵਾਪਸ ਜਾਵਾਂਗੇ ਡਾਕਟਰ ਜਸਦੀਪ ਕੋਲ ਅਤੇ ਜਾਣਾਂਗੇ ਕਰੋਨਾ ਵਾਇਰਸ ਨਾਲ ਜੁੜੇ ਹੋਏ ਕੁਝ ਧਾਰਨਾਵਾਂ ਬਾਰੇ ਅਤੇ ਕੁਝ ਤੱਥਾਂ ਬਾਰੇ। ਡਾਕਟਰ ਜਸਦੀਪ। ਸਵਾਲ ਲਈ ਧੰਨਵਾਦ ਜੀ। ਸੋ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਕੋਵਿਡ-19 ਨੂੰ ਲੈ ਕੇ ਸਾਡੇ ਵਿੱਚ ਬਹੁਤ ਗਲਤ ਅਫਵਾਹਾਂ ਅੱਜ ਕੱਲ੍ਹ ਫੈਲ ਰਹੀਆਂ ਹਨ। ਸੋ ਅੱਜ ਅਸੀਂ ਉਹਨਾਂ ਅਫਵਾਹਾਂ ਬਾਰੇ ਤੁਹਾਡੀ ਜਾਗਰੂਕਤੀ ਕਰਾਂਗੇ। ਸਭ ਤੋਂ ਪਹਿਲੀ ਗਲਤ ਅਫਵਾਹ, ਕਈ ਲੋਕਾਂ ਦਾ ਮੰਨਣਾ ਹੈ ਕਿ ਕੋਵਿਡ-19 ਹੋਣ ਨਾਲ ਬੰਦੇ ਦੀ ਮੌਤ ਤੈਅ ਹੈ। ਜੀ ਨਹੀਂ, ਬਿਲਕੁਲ ਗਲਤ। ਜੇਕਰ ਅਸੀਂ ਅੰਕੜਿਆਂ ਤੇ ਧਿਆਨ ਮਾਰੀਏ ਤੇ ਸਾਨੂੰ ਪਤਾ ਲੱਗਦਾ ਹੈ ਕਿ ਜਿਨ੍ਹਾਂ ਲੋਕਾਂ ਦੇ ਵਿੱਚ ਇਹ ਬਿਮਾਰੀ ਹੁੰਦੀ ਹੈ, ਬਹੁਮਤ ਲੋਕਾਂ ਦੇ ਵਿੱਚ ਇਸ ਦਾ ਕੋਈ ਵੀ ਗੰਭੀਰ ਰੂਪ ਨਹੀਂ ਆਉਂਦਾ। ਸੋ ਜੇਕਰ ਭਾਰਤ ਦੇਖਿਆ ਜਾਵੇ ਤਾਂ ਕੇਵਲ 3.4% ਲੋਕਾਂ ਦੀ ਹੀ ਇਸ ਬਿਮਾਰੀ ਦੇ ਨਾਲ ਮੌਤ ਹੋਈ। ਪਰ ਜੇ ਅਸੀਂ ਨਵੀਂ ਸਟੱਡੀ ਦੇਖੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਅੰਕੜਾ 1% ਤੋਂ ਵੀ ਘੱਟ ਹੈ, ਕਿਉਂਕਿ ਜ਼ਿਆਦਾਤਰ ਲੋਕ ਜਿਨ੍ਹਾਂ ਦੇ ਵਿੱਚ ਇਸ ਬਿਮਾਰੀ ਦਾ ਕੋਈ ਲੱਛਣ ਨਹੀਂ ਆਉਂਦਾ ਜਾਂ ਫਿਰ ਇਹ ਬਿਮਾਰੀ ਕੋਈ ਗੰਭੀਰ ਰੂਪ ਨਹੀਂ ਧਾਰਨ ਕਰਦੀ, ਉਹ ਲੋਕ ਇਹ ਗਿਣਤੀ ਦੇ ਵਿੱਚ ਹੀ ਨਹੀਂ ਆਉਂਦੇ। ਇੱਥੇ ਧਿਆਨ ਦੇਣ ਵਾਲੀ ਇੱਕ ਗੱਲ ਇੱਕ ਹੋਰ ਵੀ ਹੈ ਕਿ ਬਹੁਤੇ ਲੋਕ ਜਿਨ੍ਹਾਂ ਦੀ ਇਸ ਬਿਮਾਰੀ ਕਾਰਨ ਮੌਤ ਹੋਈ, ਉਹ ਜਾਂ ਤੇ ਬਹੁਤ ਹੀ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਸਨ ਜਾਂ ਫਿਰ ਬਹੁਤ ਬਜ਼ੁਰਗ ਸਨ। ਸੋ ਜੇ ਅਸੀਂ ਹੋਰ ਬਿਮਾਰੀਆਂ ਵੱਲ ਧਿਆਨ ਮਾਰੀਏ ਤੇ ਸਾਨੂੰ ਪਤਾ ਲੱਗਦਾ ਹੈ ਕਿ ਕੇਵਲ ਟੀਬੀ ਨਾਲ ਹਰ ਸਾਲ ਭਾਰਤ ਵਿੱਚ 5 ਲੱਖ ਲੋਕਾਂ ਦੀ ਮੌਤ ਹੁੰਦੀ ਹੈ, ਜੋ ਕਿ ਕੋਵਿਡ-19 ਦੇ ਸਾਹਮਣੇ ਬਹੁਤ ਹੀ ਵੱਧ ਹੈ। ਸਿਰਫ ਤੇ ਸਿਰਫ ਇਸ ਕਰਕੇ ਕਿਉਂਕਿ ਇਸ ਬਿਮਾਰੀ ਦਾ ਅਜੇ ਤੱਕ ਸਾਡੇ ਕੋਲ ਕੋਈ ਪੁਖਤਾ ਇਲਾਜ ਨਹੀਂ ਹੈ, ਸਾਨੂੰ ਇhtiyat ਦੇਣ ਦੀ ਲੋੜ ਹੈ, ਸਿਰਫ ਉਦੋਂ ਤੱਕ ਜਦੋਂ ਤੱਕ ਸਾਡੇ ਕੋਲ ਇਲਾਜ ਨਹੀਂ ਆ ਜਾਂਦਾ। ਦੂਜੀ ਅਫਵਾਹ ਜੋ ਸਾਡੇ ਸਾਹਮਣੇ ਆਈ ਉਹ ਇਹ ਹੈ ਕਿ ਜਵਾਨ ਲੋਕਾਂ ਦੇ ਵਿੱਚ ਕੋਵਿਡ-19 ਨਹੀਂ ਹੁੰਦਾ। ਜੀ ਨਹੀਂ, ਬਿਲਕੁਲ ਗਲਤ। ਇਹ ਬਿਮਾਰੀ ਕਿਸੇ ਵੀ ਉਮਰ ਦੇ ਇਨਸਾਨ ਨੂੰ ਹੋ ਸਕਦੀ ਹੈ, ਪਰ ਫਰਕ ਸਿਰਫ ਇੰਨਾ ਹੈ ਕਿ ਜਵਾਨ ਲੋਕਾਂ ਦੀ ਇਮਿਊਨਿਟੀ ਯਾਨੀ ਕਿ ਬਿਮਾਰੀ ਨਾਲ ਲੜਨ ਦੀ ਸ਼ਮਤਾ ਵੱਧ ਹੁੰਦੀ ਹੈ, ਸੋ ਉਹਨਾਂ ਦੇ ਵਿੱਚ ਇਹ ਬਿਮਾਰੀ ਗੰਭੀਰ ਰੂਪ ਘੱਟ ਧਾਰਨ ਕਰਦੀ ਹੈ। ਪਰ ਜੇ ਅਸੀਂ ਪੂਰੇ ਦੁਨੀਆ ਦੇ ਡਾਟਾ ਤੇ ਦੇਖੀਏ ਤੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਕਈ ਜਗ੍ਹਾ ਜਵਾਨ ਲੋਕਾਂ ਦੀ ਵੀ ਇਸ ਬਿਮਾਰੀ ਨਾਲ ਮੌਤ ਹੋਈ ਹੈ। ਸੋ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਵਾਨ ਲੋਕ ਇਸ ਬਿਮਾਰੀ ਨੂੰ ਆਪਣੇ ਘਰੇ ਆਪਣੇ ਵੱਡੇ ਬਜ਼ੁਰਗਾਂ ਤੱਕ ਪਹੁੰਚਾ ਸਕਦੇ ਹਨ ਅਤੇ ਉਹਨਾਂ ਦੀ ਜੋ ਬਿਮਾਰੀ ਨਾਲ ਲੜਨ ਦੀ ਸ਼ਮਤਾ ਹੈ ਉਹ ਬਹੁਤ ਘੱਟ ਹੁੰਦੀ ਹੈ। ਸੋ ਜਵਾਨ ਲੋਕਾਂ ਨੂੰ ਵੀ ਆਪਣਾ ਇhtiyat ਵਰਤਣ ਦੀ ਧਿਆਨ ਦੇਣ ਦੀ ਬਹੁਤ ਲੋੜ ਹੈ। ਇੱਕ ਅਫਵਾਹ ਇਹ ਵੀ ਸਾਹਮਣੇ ਆਈ ਹੈ ਕਿ ਕੋਵਿਡ-19 ਇੱਕ ਉੱਡਣ ਵਾਲਾ ਕੀੜਾ ਹੈ। ਇੱਕ ਉੱਡਣ ਵਾਲਾ ਕੀੜਾ ਹੈ ਜੋ ਕਿ ਉੱਡ ਕੇ ਇੱਕ ਇਨਸਾਨ ਤੋਂ ਦੂਜੇ ਇਨਸਾਨ ਤੇ ਬੈਠ ਸਕਦਾ ਹੈ ਅਤੇ ਉੱਡ ਕੇ ਤੁਹਾਡੇ ਘਰ 'ਚ ਆਪਣੇ ਆਪ ਪਹੁੰਚ ਸਕਦਾ ਹੈ। ਜੀ ਨਹੀਂ, ਬਿਲਕੁਲ ਗਲਤ। ਕੋਵਿਡ-19 ਇੱਕ ਵਾਇਰਸ ਹੈ ਜੋ ਕਿ ਸੰਕਰਮਿਤ ਇਨਸਾਨ ਤੁਹਾਨੂੰ ਉਹਦੇ ਸੰਪਰਕ 'ਚ ਆਉਣ ਨਾਲ ਤੁਹਾਡੇ ਤੱਕ ਜ਼ਰੂਰ ਪਹੁੰਚ ਸਕਦਾ ਹੈ, ਪਰ ਇਹ ਕੋਈ ਵੀ ਉੱਡਣ ਵਾਲਾ ਕੀੜਾ ਨਹੀਂ ਹੈ ਜੋ ਆਪਣੇ ਆਪ ਉੱਡ ਕੇ ਤੁਹਾਡੇ ਘਰ ਦੇ ਵਿੱਚ ਪਹੁੰਚ ਸਕੇ। ਅਗਲੀ ਬਹੁਤ ਹੀ ਹੈਰਾਨ ਕਰਨ ਵਾਲੀ ਅਫਵਾਹ ਜੋ ਪਿਛਲੇ ਕੁਝ ਦਿਨਾਂ ਦੇ ਵਿੱਚ ਸਾਡੇ ਸਾਹਮਣੇ ਆਈ ਉਹ ਇਹ ਹੈ ਕਿ ਕੋਵਿਡ-19 ਤੋਂ ਅਗਰ ਕਿਸੇ ਮਰੀਜ਼ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਮ੍ਰਿਤਕ ਦੇਹ ਤੋਂ ਕੋਵਿਡ-19 ਦੀ ਇਨਫੈਕਸ਼ਨ ਹੋ ਸਕਦੀ ਹੈ, ਜਾਂ ਫਿਰ ਉਸ ਦੀ ਮ੍ਰਿਤਕ ਦੇਹ ਨੂੰ ਜੇ ਅਸੀਂ ਅਗਨ ਭੇਟ ਕਰਦੇ ਹਾਂ ਤੇ ਉਸ ਤੋਂ ਨਿਕਲੇ ਹੋਏ ਧੂਏ ਤੋਂ ਕੋਵਿਡ-19 ਹੋਣ ਦਾ ਖਤਰਾ ਹੈ। ਜੀ ਨਹੀਂ, ਬਿਲਕੁਲ ਗਲਤ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਡਾਕਟਰ ਸਾਹਿਬਾਨ ਜਦੋਂ ਐਸੇ ਕਿਸੇ ਵੀ ਮਰੀਜ਼ ਦੀ ਮ੍ਰਿਤਕ ਦੇਹ ਨੂੰ ਉਸਦੇ ਪਰਿਵਾਰ ਨੂੰ ਸੌਂਪਦੇ ਹਨ ਤੇ ਸਭ ਤੋਂ ਪਹਿਲਾਂ ਉਹ ਉਸ ਨੂੰ ਚੰਗੀ ਤਰ੍ਹਾਂ ਢੱਕ ਕੇ ਹੀ ਉਹਨਾਂ ਨੂੰ ਦਿੰਦੇ ਹਨ, ਉਹ ਤਾਂ ਜੋ ਇਨਫੈਕਸ਼ਨ ਉਸ ਦੇਹ ਤੋਂ ਕਿਸੇ ਵੀ ਇਨਸਾਨ ਨੂੰ ਨਾ ਹੋਵੇ।
ਅਗਲੀ ਗੱਲ, ਜਦੋਂ ਵੀ ਆਪਾਂ ਕਿਸੇ ਦੀ ਦੇਹ ਨੂੰ ਅਗਨ ਭੇਟ ਕਰਦੇ ਹਾਂ, ਦਾਹ ਸੰਸਕਾਰ ਕਰਦੇ ਹਾਂ, ਤਾਂ ਉਸ ਚੋਂ ਨਿਕਲੇ ਹੋਏ ਧੂਏ 'ਚ ਹਰ ਇੱਕ ਇਨਫੈਕਸ਼ਨ ਖਤਮ ਹੋ ਜਾਂਦੀ ਹੈ। ਉਸ ਦੇ ਵਿੱਚ ਕੋਈ ਵੀ ਇਨਫੈਕਸ਼ਨ ਦਾ ਕਣ ਨਹੀਂ ਰਹਿੰਦਾ। ਸੋ ਤੁਹਾਨੂੰ ਐਸੇ ਇਨਸਾਨ ਦੀ ਮ੍ਰਿਤਕ ਦੇ ਜਾਂ ਫਿਰ ਉਸ ਦੇ ਦਾਹ ਸੰਸਕਾਰ ਤੋਂ ਨਿਕਲੇ ਹੋਏ ਧੂਏ ਤੋਂ ਡਰਨ ਦੀ ਕੋਈ ਵੀ ਲੋੜ ਨਹੀਂ ਹੈ। ਉਹ ਬਿਲਕੁਲ ਇਨਫੈਕਸ਼ਨ ਮੁਕਤ ਹੋ ਜਾਂਦਾ ਹੈ। ਅਤੇ ਕਿਸੇ ਮਰੀਜ਼ ਨੂੰ ਕੋਵਿਡ-19 ਦੀ ਬਿਮਾਰੀ ਹੈ ਜਾਂ ਨਹੀਂ, ਇਹ ਸਿਰਫ ਤੇ ਸਿਰਫ ਖੂਨ ਦੇ ਜਾਂ ਫਿਰ ਉਸ ਦੇ ਰੇਸ਼ੇ ਦੇ ਟੈਸਟ ਤੋਂ ਹੀ ਪਤਾ ਲੱਗ ਸਕਦਾ ਹੈ। ਕੁਝ ਗਲਤ ਅਫਵਾਹਾਂ ਇਹ ਵੀ ਸਾਹਮਣੇ ਆਈਆਂ ਪਿਛਲੇ ਦਿਨਾਂ ਦੇ ਵਿੱਚ ਕਿ ਜੇ ਤੁਸੀਂ 10 ਸੈਕਿੰਡ ਲਈ ਆਪਣਾ ਸਾਹ ਰੋਕ ਸਕੋ ਤਾਂ ਤੁਹਾਨੂੰ ਕੋਵਿਡ-19 ਨਹੀਂ ਹੈ, ਤੇ ਅਗਰ ਤੁਸੀਂ 10 ਸੈਕਿੰਡ ਆਪਣਾ ਸਾਹ ਨਹੀਂ ਰੋਕ ਸਕਦੇ ਤੇ ਤੁਹਾਨੂੰ ਕੋਵਿਡ-19 ਹੈ। ਜੀ ਬਿਲਕੁਲ ਨਹੀਂ। ਇਹ ਜੋ ਤਰੀਕਾ ਦੱਸਿਆ ਜਾ ਰਿਹਾ ਹੈ, ਇਸ ਦੇ ਨਾਲ ਕੁਝ ਵੀ ਪਤਾ ਨਹੀਂ ਲੱਗਦਾ। ਇਸ ਦਾ ਕੋਈ ਵੀ ਪੁਖਤਾ ਸਬੂਤ ਅਜੇ ਤੱਕ ਸਾਡੇ ਸਾਹਮਣੇ ਨਹੀਂ ਆਇਆ। ਅਗਲੀ ਗੱਲ, ਜੋ ਥਰਮਲ ਸਕੈਨਰ ਅੱਜ ਕੱਲ੍ਹ ਯੂਜ਼ ਕਰ ਰਹੇ ਹਨ ਕੋਵਿਡ-19 ਦੇਖਣ ਲਈ, ਉਸ ਦੇ ਨਾਲ ਸਿਰਫ ਉਹੀ ਮਰੀਜ਼ਾਂ ਦਾ ਪਤਾ ਲੱਗ ਸਕਦਾ ਹੈ ਜਿਨ੍ਹਾਂ ਨੂੰ ਪਹਿਲਾਂ ਹੀ ਇਹ ਇਨਫੈਕਸ਼ਨ ਦੇ ਲੱਛਣ ਆ ਚੁੱਕੇ ਹਨ। ਉਹ ਸਿਰਫ ਸਾਨੂੰ ਇੱਕ ਬੁਖਾਰ ਦੱਸਣ ਦੇ ਵਿੱਚ ਮਦਦ ਕਰਦਾ ਹੈ। ਉਸ ਤੋਂ ਕੋਵਿਡ-19 ਹੈ ਜਾਂ ਨਹੀਂ, ਇਸ ਦੀ ਪੂਰੀ ਪੁਸ਼ਟੀ ਨਹੀਂ ਹੋ ਸਕਦੀ। ਪੂਰੀ ਪੁਸ਼ਟੀ ਸਿਰਫ ਤੇ ਸਿਰਫ ਖੂਨ ਦੇ ਅਤੇ ਰੇਸ਼ੇ ਦੇ ਟੈਸਟ ਨਾਲ ਹੀ ਹੁੰਦੀ ਹੈ। ਕੋਵਿਡ-19 ਤੋਂ ਬਚਾਅ ਦੀਆਂ ਵੀ ਕੁਝ ਗਲਤ ਅਫਵਾਹਾਂ ਸਾਡੇ ਸਾਹਮਣੇ ਆਈਆਂ, ਜਿਵੇਂ ਕਿ ਲਸਣ ਖਾਣ ਦੇ ਨਾਲ ਕੋਵਿਡ-19 ਠੀਕ ਹੋ ਜਾਂਦਾ ਹੈ ਜਾਂ ਨਹੀਂ ਹੁੰਦਾ, ਗਰਮ ਪਾਣੀ ਪੀਣ ਨਾਲ ਕੋਵਿਡ-19 ਨਹੀਂ ਹੁੰਦਾ, ਸ਼ਰਾਬ ਪੀਣ ਨਾਲ ਕੋਵਿਡ-19 ਨਹੀਂ ਹੁੰਦਾ, ਪਾਣੀ ਦੇ ਵਿੱਚ ਕਾਲੀ ਮਿਰਚ ਪਾ ਕੇ ਪੀਣ ਦੇ ਨਾਲ ਕੋਵਿਡ-19 ਨਹੀਂ ਹੁੰਦਾ, ਪੱਤੀ ਵਾਲਾ ਤੇ ਲੌਂਗ ਵਾਲਾ ਪਾਣੀ ਪੀਣ ਦੇ ਨਾਲ ਕੋਵਿਡ-19 ਨਹੀਂ ਹੁੰਦਾ। ਜੀ ਨਹੀਂ, ਬਿਲਕੁਲ ਗਲਤ। ਇਹੋ ਜਿਹੀ ਕੋਈ ਵੀ ਖੋਜ ਅਜੇ ਤੱਕ ਸਾਡੇ ਸਾਹਮਣੇ ਨਹੀਂ ਆਈ ਜੋ ਇਹ ਪੁਸ਼ਟੀ ਕਰ ਸਕੇ ਕਿ ਇਹ ਸਭ ਕੁਝ ਕਰਨ ਦੇ ਨਾਲ ਕੋਵਿਡ-19 ਨਹੀਂ ਹੁੰਦਾ। ਕਾਰਨ, ਜਦ ਕੋਵਿਡ-19 ਸਾਡੇ ਸਰੀਰ ਨੂੰ ਸੰਕਰਮਿਤ ਕਰਦਾ ਹੈ ਤਾਂ ਉਹ ਸਾਡੇ ਸਰੀਰ ਦੇ ਇੱਕ ਸੈੱਲ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਸੋ ਇੱਕ ਵਾਰ ਕੋਵਿਡ-19 ਦੀ ਇਨਫੈਕਸ਼ਨ ਤੁਹਾਡੇ ਸੈੱਲ ਦੇ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਤਾਂ ਉਸ ਦੇ ਉੱਤੇ ਕਿਸੇ ਵੀ ਇਹੋ ਜਿਹੀ ਚੀਜ਼ ਦਾ ਕੋਈ ਵੀ ਅਸਰ ਨਹੀਂ ਹੁੰਦਾ। ਸੋ ਜੇ ਆਪਾਂ ਸ਼ਰਾਬ ਦੀ ਗੱਲ ਕਰੀਏ ਤਾਂ ਸ਼ਰਾਬ ਸਾਡੇ ਸਰੀਰ ਲਈ ਹਾਨੀਕਾਰਕ ਹੈ। ਸਭ ਤੋਂ ਪਹਿਲਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਸ਼ਰਾਬ ਪੀਣ ਦੇ ਨਾਲ ਬੰਦੇ ਦੀ ਬਿਮਾਰੀ ਨਾਲ ਲੜਨ ਦੀ ਸ਼ਮਤਾ ਬਹੁਤ ਘਟ ਜਾਂਦੀ ਹੈ। ਸੋ ਜੇਕਰ ਐਸੇ ਕਿਸੇ ਇਨਸਾਨ ਨੂੰ ਜੋ ਕਿ ਸ਼ਰਾਬ ਦਾ ਸੇਵਨ ਕਰਦਾ ਹੈ ਕੋਵਿਡ-19 ਦੀ ਇਨਫੈਕਸ਼ਨ ਹੋ ਜਾਵੇ ਤਾਂ ਉਸ ਦੇ ਠੀਕ ਹੋਣ ਦੇ ਜੋ ਚਾਂਸਿਸ ਹਨ, ਜੋ ਦਰ ਹਨ, ਉਹ ਬਹੁਤ ਘੱਟ ਹਨ ਇੱਕ ਨਾਰਮਲ ਇਨਸਾਨ ਨਾਲੋਂ। ਸੋ ਸ਼ਰਾਬ ਦਾ ਸੇਵਨ ਸਾਨੂੰ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਹੀ ਕੋਵਿਡ-19 ਦੇ ਇਲਾਜ ਨੂੰ ਲੈ ਕੇ ਵੀ ਬਹੁਤ ਸਾਰੀਆਂ ਗਲਤ ਅਫਵਾਹਾਂ ਸਾਡੇ ਸਾਹਮਣੇ ਆਈਆਂ, ਜਿਵੇਂ ਕਿ ਹਾਈਡਰੋਕਲੋਰੋਕੁਇਨ ਖਾਣ ਦੇ ਨਾਲ ਕੋਵਿਡ-19 ਨਹੀਂ ਹੁੰਦਾ, ਐਂਟੀਬਾਇਓਟਿਕ ਖਾਣ ਦੇ ਨਾਲ ਕੋਵਿਡ-19 ਨਹੀਂ ਹੁੰਦਾ, ਜਾਂ ਫਿਰ ਸਭ ਤੋਂ ਵੱਧ ਭਿਆਨਕ ਤੇ ਖਤਰਨਾਕ ਕੀਟਨਾਸ਼ਕ ਦਵਾਈਆਂ, ਸੈਨੀਟਾਈਜ਼ਰ ਆਦਿ ਪੀਣ ਦੇ ਨਾਲ, ਆਪਣੀ ਸਰੀਰ ਤੇ ਛਿੜਕਣ ਦੇ ਨਾਲ ਜਾਂ ਫਿਰ ਇੰਜੈਕਸ਼ਨ ਲਾਉਣ ਦੇ ਨਾਲ ਕੋਵਿਡ-19 ਨਹੀਂ ਹੁੰਦਾ। ਜੀ ਨਹੀਂ। ਸਭ ਤੋਂ ਪਹਿਲਾਂ ਤੇ ਤੁਹਾਨੂੰ ਦੱਸ ਦਈਏ ਕਿ ਹਾਈਡਰੋਕਲੋਰੋਕੁਇਨ ਜਾਂ ਐਂਟੀਬਾਇਓਟਿਕ ਦੇ ਨਾਲ ਕੋਵਿਡ-19 ਨਹੀਂ ਹੁੰਦਾ। ਇਸ ਦੀ ਸਾਡੇ ਕੋਲ ਅਜੇ ਤੱਕ ਕੋਈ ਵੀ ਪੁਖਤਾ ਖੋਜ ਸਾਹਮਣੇ ਨਹੀਂ ਆਈ, ਕੋਈ ਵੀ ਜਾਣਕਾਰੀ ਨਹੀਂ ਹੈ। ਦੂਜੀ ਗੱਲ, ਸੈਨੀਟਾਈਜ਼ਰ ਜਾਂ ਫਿਰ ਕੀਟਨਾਸ਼ਕ ਦਵਾਈਆਂ ਆਪਣੇ ਸਰੀਰ ਤੇ ਬਿਲਕੁਲ ਨਾ ਛਿੜਕਿਓ। ਸੈਨੀਟਾਈਜ਼ਰ ਸਿਰਫ ਤੇ ਸਿਰਫ ਹੱਥਾਂ ਨੂੰ ਸੈਨੀਟਾਈਜ਼ ਕਰਨ ਲਈ, ਹੱਥਾਂ ਨੂੰ ਸਾਫ਼ ਕਰਨ ਲਈ ਹੈ। ਇਸ ਨੂੰ ਆਪਣੇ ਸਰੀਰ ਤੇ ਛਿੜਕਣ ਨਾਲ ਜਾਂ ਫਿਰ ਇਸ ਨੂੰ ਪੀਣ ਦੇ ਨਾਲ ਜਾਂ ਇੰਜੈਕਸ਼ਨ ਲਾਉਣ ਦੇ ਨਾਲ ਬੰਦੇ ਦੀ ਸਿਹਤ ਤੇ ਬਹੁਤ ਹੀ ਮਾੜਾ ਅਸਰ ਪੈ ਸਕਦਾ ਹੈ। ਇੱਥੋਂ ਤੱਕ ਕਿ ਬੰਦੇ ਦੀ ਮੌਤ ਦੀ ਨੌਬਤ ਵੀ ਆ ਸਕਦੀ ਹੈ। ਸੋ ਇਹ ਬਹੁਤ ਹਾਨੀਕਾਰਕ ਹਨ, ਇਹਨਾਂ ਤੋਂ ਦੂਰੀ ਬਣਾਈ ਰੱਖੋ। ਅਗਲੀ ਗਲਤ ਅਫਵਾਹ ਜੋ ਸਾਨੂੰ ਪਿਛਲੇ ਕੁਝ ਦਿਨਾਂ 'ਚ ਦੇਖਣ ਨੂੰ ਮਿਲੀ ਉਹ ਇਹ ਹੈ ਕਿ ਕੋਵਿਡ-19 ਦਾ ਇਲਾਜ ਕਰ ਰਹੇ ਡਾਕਟਰ ਸਾਹਿਬਾਨਾਂ ਤੋਂ ਸਾਨੂੰ ਕੋਵਿਡ-19 ਹੋਣ ਦਾ ਖਤਰਾ ਹੈ। ਜੀ ਨਹੀਂ, ਬਿਲਕੁਲ ਗਲਤ। ਸਭ ਤੋਂ ਪਹਿਲਾਂ ਤੇ ਤੁਹਾਨੂੰ ਦੱਸ ਦਈਏ ਕਿ ਜੋ ਡਾਕਟਰ ਸਾਹਿਬਾਨ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ ਉਹ ਬਹੁਤ ਹੀ ਵੱਧ ਇਹਤਿਆਤ ਵਰਤਦੇ ਹਨ। ਉਹ 3 ਪਰਤਾਂ ਵਾਲੇ ਕੱਪੜੇ ਪਾ ਕੇ ਫਿਰ ਹੀ ਅੰਦਰ ਮਰੀਜ਼ ਕੋਲ ਜਾਂਦੇ ਹਨ, ਜੋ ਕਿ ਕੱਪੜੇ ਉਹ ਬਾਹਰ ਆਉਂਦਿਆਂ ਹੀ
ਉਤਾਰ ਕੇ ਉਹਨਾਂ ਨੂੰ ਸੁੱਟ ਦਿੰਦੇ ਹਨ। ਉਹ ਪੂਰੀ ਇਹਤਿਆਤ ਵਰਤ ਰਹੇ ਹਨ। ਅਤੇ ਹੋਰ ਜੇ ਤੁਹਾਨੂੰ ਦੱਸੀਏ ਤਾਂ ਇਹ ਵੀ ਹੈ ਕਿ ਇਹਨਾਂ ਡਾਕਟਰਾਂ ਦਾ ਸਮੇਂ-ਸਮੇਂ ਤੇ ਕੋਵਿਡ-19 ਦੇ ਟੈਸਟ ਵੀ ਹੁੰਦੇ ਰਹਿੰਦੇ ਹਨ ਤਾਂ ਜੋ ਇਹਨਾਂ ਨੂੰ ਕੋਵਿਡ-19 ਹੋ ਨਾ ਗਿਆ ਹੋਵੇ। ਪਰ ਇਹਨਾਂ ਨੂੰ ਕੋਵਿਡ-19 ਹੋਣ ਦਾ ਖਤਰਾ ਬਹੁਤ ਘੱਟ ਹੈ ਕਿਉਂਕਿ ਇਹ ਪੂਰੀ ਇਹਤਿਆਤ ਵਰਤ ਰਹੇ ਹਨ। ਸੋ ਤੁਹਾਨੂੰ ਦੱਸ ਦਈਏ ਕਿ ਡਾਕਟਰ ਸਾਹਿਬਾਨ ਆਪਣੀ ਜ਼ਿੰਦਗੀ ਨੂੰ ਦਾਅ 'ਤੇ ਲਾ ਕੇ ਸਾਡੇ ਵਾਸਤੇ ਹਸਪੀਟਲਾਂ ਦੇ ਵਿੱਚ ਬਹਿ ਕੇ ਇਹਨਾਂ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਸੋ ਸਾਨੂੰ ਉਹਨਾਂ ਨੂੰ ਬਹੁਤ ਹੀ ਵੱਧ ਇੱਜ਼ਤ ਰਿਸਪੈਕਟ ਦੇਣ ਦੀ ਲੋੜ ਹੈ, ਨਾ ਕਿ ਉਹਨਾਂ ਤੋਂ ਮੂੰਹ ਮੋੜਨ ਦੀ। ਇੱਥੇ ਹੀ ਮੈਂ ਇਹ ਅੱਜ ਦੀ ਅਫਵਾਹਾਂ ਵਾਲਾ ਟੌਪਿਕ ਖਤਮ ਕਰਦੀ ਹਾਂ। ਧੰਨਵਾਦ ਜੀ।